अस्सलाम वालेकुम लो सर 70 ਦਾ ਗੇਅਰ ਸ਼ਾਵਰ ਸਪਰਿੰਗ ਕਿਸ ਤਰ੍ਹਾਂ ਟੁੱਟਦਾ ਏ ਤੇ ਗੇਅਰ ਲੱਗਣੇ ਕਿਸ ਤਰ੍ਹਾਂ ਬੰਦ ਹੋ ਜਾਂਦੇ ਨੇ। ਇਹ ਸਾਰਾ ਤੁਹਾਨੂੰ ਵੀਡੀਓ ਦੇ ਵਿੱਚ ਦੇਖੋ। ਇਹ ਸਪਰਿੰਗ ਟੁੱਟ ਗਿਆ, ਗੇਅਰ ਸ਼ਾਵਰ ਦਾ ਲੀਵਰ ਥੱਲੇ ਡਿੱਗ ਜਾਂਦਾ ਜੇ। ਇਹ ਚੈੱਕ ਕਰੋ, ਲੀਵਰ ਥੱਲੇ ਡਿੱਗ ਪਿਆ ਜੇ। ਲੀਵਰ ਉੱਪਰ ਹੋਏਗਾ ਤੇ ਗੇਅਰ ਲੱਗਣੇ ਤੇ ਨਿਕਲਣੇ। ਜਿਹੜੇ ਗੇਅਰ 'ਚ ਗੱਡੀ ਉਸੇ ਗੇਅਰ 'ਚ ਰਹਿ ਜਾਂਦੀ ਏ। ਅਕਸਰ ਬੰਦੇ ਕਹਿੰਦੇ ਨਾ ਗੇਅਰ ਨਾ ਲੱਗ ਰਿਹਾ ਨਾ ਨਿਕਲ ਜਾਂਦੀ, ਇਹ ਵਜ੍ਹਾ ਜੇ। ਛੋਟਾ ਜਿਹਾ ਸਪਰਿੰਗ ਹੁੰਦਾ ਵਾ, ਸਪਰਿੰਗ ਟੁੱਟ ਗਿਆ ਨਾ ਲੀਵਰ ਥੱਲੇ ਡਿੱਗ ਗਿਆ। ਇਹ ਸਪਰਿੰਗ ਜੇ ਛੋਟਾ ਜਿਹਾ ਸਪਰਿੰਗ, ਇਹਨੂੰ ਗੇਅਰ ਸ਼ਾਵਰ ਦਾ ਸਪਰਿੰਗ ਕਹਿੰਦੇ ਨੇ। ਇਹ ਗੇਅਰ ਸ਼ਾਵਰ ਕੱਢਾਂਗੇ ਬਾਹਰ ਤੁਹਾਡੇ ਸਾਹਮਣੇ। ਗੇਅਰ ਸ਼ਾਵਰ ਬਾਹਰ ਕੱਢ ਕੇ ਪਹਿਲੇ ਟੁੱਟਿਆ ਹੋਇਆ ਸਪਰਿੰਗ ਕੱਢਾਂਗੇ ਦੋਨੇ ਪੀਸ। ਇਹ ਦੇਖ ਲਓ, ਇਹ ਗੇਅਰ ਸ਼ਾਵਰ ਦਾ ਸਪਰਿੰਗ ਜਾਂ ਟੁੱਟ ਗਿਆ ਜਾਂ ਦੂਸਰਾ ਪੀਸ ਹੀ ਹੈ। ਦੂਸਰਾ ਪੀਸ ਕੱਢਾਂਗੇ, ਦੋਨੇ ਪੀਸ ਕੱਢ ਕੇ ਤੇ ਗੇਅਰ ਸ਼ਾਵਰ ਦਾ ਸਪਰਿੰਗ ਪਾਵਾਂਗੇ। ਨਵਾਂ ਸਪਰਿੰਗ ਪਾ ਕੇ ਤੇ ਪਲਾਸ ਨੂੰ ਦਬਾ ਦੇਵਾਂਗੇ ਅੱਛੇ ਤਰੀਕੇ ਨਾਲ ਕਿ ਦੁਬਾਰਾ ਬਾਹਰ ਨਾ ਨਿਕਲੇ। ਇਹ ਸਪਰਿੰਗ ਫਿੱਟ ਹੋ ਗਿਆ ਜੀ। ਪਲਾਸ ਨਾਲ ਮੂੰਹ ਘੁੱਟ ਦੇਵਾਂਗੇ ਸਪਰਿੰਗਾਂ ਦੋਨੇ ਸਾਈਡਾਂ ਤੋਂ। ਗੇਅਰ ਸ਼ਾਵਰ ਲੱਗ ਗਈ ਹੈ। ਗੇਅਰ ਸ਼ਾਵਰ ਤੁਹਾਡੇ ਸਾਹਮਣੇ ਫਿੱਟ ਕਰ ਰਹੇ। ਥੋੜ੍ਹੀ ਨਾਲ ਹਲਕੀ ਦਬਾ ਲਓ, ਉਹਨੂੰ ਸੱਟ ਲਗਾ ਲਓ, ਜ਼ਿਆਦਾ ਨਹੀਂ ਲਗਾਉਣੀ। ਤੇ ਲੀਵਰ ਥੱਲੇ ਦਬਾ ਕੇ ਚੇਂਜਰ 'ਚ ਆਰਾਮ ਨਾਲ ਪਾ ਜਾਵੇ। ਇਹ ਦੇਖੋ, ਇਹ ਗੇਅਰ ਲੀਵਰ ਉੱਪਰ ਫਸ ਗਿਆ ਜੇ ਵਿੱਚ। ਇਹਨੇ ਗੇਅਰ ਕੱਢਣੇ ਤੇ ਲਾਣੇ। ਸਪਰਿੰਗ ਟੁੱਟ ਜਾਵੇ ਤੇ ਥੱਲੇ ਡਿੱਗ ਪੈਂਦਾ ਜੀ। ਇਸ ਤੋਂ ਬਾਅਦ ਲੱਗਣੀ ਸਟਾਪਰ ਪੱਤਰੀ। ਇਹ ਸਟਾਪਰ ਪੱਤਰੀ ਜੇ ਗੇਅਰ ਚੇਂਜਰ ਨੂੰ ਕਵਰ ਕਰਦੀ ਹੈ। ਗੇਅਰ ਲੱਗਣ 'ਚ ਕੱਢਣ 'ਚ ਆਸਾਨੀ ਪੈਦਾ ਕਰਦੀ ਹੈ। ਗੇਅਰ ਲਾ ਕੇ ਸਾਰੇ ਚੈੱਕ ਕਰਾਂਗੇ। ਇਹ ਗੇਅਰ ਤੁਹਾਡੇ ਸਾਹਮਣੇ ਤਕਰੀਬਨ ਲੱਗ ਰਹੇ, ਚਾਰੋਂ ਗੇਅਰ ਲੱਗ ਗਏ ਨੇ। ਹੁਣ ਕਰਾਂਗੇ ਨਿਊਟਰਲ। ਇੱਥੇ ਗੇਅਰ ਚੈੱਕ ਕਰ ਲਵਾਂਗੇ ਸਾਰੇ ਨਾਲ। ਵੀਲ ਘੁਮਾਉਣਾ, ਵੀਲ ਘੁਮਾ ਕੇ ਗੇਅਰ ਕੱਢਦੇ ਜਾਣਾ। ਇਹ ਨਿਊਟਰਲ ਹੋ ਗਈ ਹੈ। ਗੇਅਰ ਨਿਕਲ ਕੇ ਲੱਗਣ ਲੱਗ ਪਏ ਠੀਕ। ਇਹ ਗਰਾਰੀ ਹੈ ਕਲੱਚ ਬਕਸੇ ਦੀ ਵੱਡੀ ਗਰਾਰੀ ਲਾਵਾਂਗੇ। ਪਾਵਾਂਗੇ ਲਾਗ ਫਿੱਟ ਕਰਾਂਗੇ। ਲਾਗ ਫਿੱਟ ਕਰਕੇ ਤੇ ਇਹ ਕਲੱਚ ਬਕਸਾ ਲਾਵਾਂਗੇ। ਇਹਦਾ ਸਿਰਫ ਗੇਅਰਾਂ ਦਾ ਕੰਮ ਕੀਤਾ, ਗੇਅਰ ਨਹੀਂ ਲੱਗਦੇ ਸੀਗੇ। ਇਹ ਕਲੱਚ ਬਕਸੇ ਦਾ ਨਟ ਲਾਵਾਂਗੇ। ਵਾਸ਼ਰ ਰੱਖ ਕੇ ਨਟ ਟਾਈਟ ਕਰਾਂਗੇ। ਇਹ ਨਟ ਦੇ ਹੋਏ ਮੂੰਹ ਖਰਾਬ, ਇਹਨੂੰ ਥੋੜ੍ਹੀ ਛੈਨੀ ਨਾਲ ਟਾਈਟ ਕਰਾਂਗੇ। ਵੈਸੇ ਤਾਂ ਇਹਦੀ ਗੋਡੀ ਹੁੰਦੀ ਹੈ। ਇਸ ਨਾਲ ਪਹਿਲੇ ਮੇਰਾ ਚੈਨਲ ਅੱਛਾ ਲੱਗੇ ਲਾਈਕ ਤੇ ਸਬਸਕ੍ਰਾਈਬ ਲਾਜ਼ਮੀ ਕਰ ਦੇਣਾ, ਕਿਉਂਕਿ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਸਭ ਦੋਸਤਾਂ ਦਾ ਵੀਡੀਓ ਦੇਖਣ ਦਾ ਬਹੁਤ ਬਹੁਤ ਸ਼ੁਕਰੀਆ। ਇਹ ਤੁਹਾਡੇ ਸਾਹਮਣੇ ਕਲੱਚ ਬਕਸੇ ਦਾ ਬੈਰਿੰਗ ਲੱਗ ਗਿਆ, ਟਿੱਕੀ ਟਾਈਟ ਹੋ ਗਈ। ਇਹ ਸਪਰਿੰਗ ਹੋਰੀ ਕਹਿੰਦੇ ਇਹਨੂੰ, ਕਲੱਚ ਬਕਸੇ ਦੀ ਸਪਰਿੰਗ ਹੋਰੀ ਠੀਕ ਹੋ ਗਿਆ। ਇਹ ਸਾਈਡ ਪੱਲਾ ਲੱਗ ਗਿਆ ਜੀ। ਇਹਦਾ ਲੱਗ ਕੇ ਇਹਦੇ ਬੋਲਡ ਕਰਾਂਗੇ ਟਾਈਟ। ਸਾਰੇ ਬੋਲਡ ਨੇ ਟਾਈਟ ਕਰਾਂਗੇ। ਇਹ ਤੁਹਾਡੇ ਸਾਹਮਣੇ 8 ਨੰਬਰ ਦੀ ਟੀ ਲੱਗਦੀ। 8 ਨੰਬਰ ਦੀ ਟੀ ਦੇ ਨਾਲ ਸਾਰੇ ਟੋਟਲੀ ਬੋਲਡ ਲੱਗਦੇ ਨੇ। ਇਹਦੇ ਸਾਈਡ ਪੱਲੇ ਦੇ 8 ਬੋਲਡ ਹੁੰਦੇ ਨੇ। 8 ਬੋਲਡ ਹੁੰਦੇ, ਦੇਖ ਸਕਦੇ ਜੀ। ਇਹ ਟੀ ਨਾਲ ਬੋਲਡ ਟਾਈਟ ਹੋ ਰਹੇ। ਬੋਲਡ ਹੁੰਦੇ ਆਮਣੇ ਸਾਹਮਣੇ ਟਾਈਟ ਕਰਨੇ ਨੇ, ਇੱਕ ਸਾਈਡ ਤੋਂ ਟਾਈਟ ਨਹੀਂ ਕਰੀ ਨਾ ਪੱਲਾ ਪਾੜ ਜਾਂਦਾ ਹੈ। ਬੋਲਡ ਹੋ ਗਏ ਟਾਈਟ। ਹੁਣ ਕਰਾਂਗੇ ਕਿੱਕ ਟਾਈਟ। ਕਿੱਕ ਤੁਹਾਡੇ ਸਾਹਮਣੇ ਟਾਈਟ ਹੋ ਰਹੀ। ਕਿੱਕ ਟਾਈਟ ਹੋਣ ਤੋਂ ਬਾਅਦ ਸਲੈਂਸਰ ਲੱਗੇਗਾ। ਥੱਲੇ ਦਾ ਫੁੱਟਬਾਲ ਲੱਗ ਰਿਹਾ ਹੈ। ਸਲੈਂਸਰ ਟਾਈਟ ਹੋ ਰਿਹਾ। ਇਹ ਸਾਰਾ ਤਕਰੀਬਨ ਕੰਪਲੀਟ ਗੱਡੀ ਹੋ ਗਈ ਹੈ ਤੁਹਾਡੀ। ਗੇਅਰਾਂ ਦਾ ਕੰਮ ਹੋ ਗਿਆ। ਗੇਅਰਾਂ ਦਾ ਜਿਹੜਾ ਮਸਲਾ ਸੀਗਾ ਉਹ ਹੱਲ ਹੋ ਗਿਆ। ਇਹ ਛੋਟਾ ਜਿਹਾ ਸਪਰਿੰਗ ਹੁੰਦਾ। ਸਪਰਿੰਗ ਇੰਨਾ ਮਹਿੰਗਾ ਨਹੀਂ ਹੁੰਦਾ। ਇਹ ਕਿਸੇ ਦੋਸਤ ਭਰਾ ਦਾ ਵੀ ਮਸਲਾ ਹੋਵੇ ਤੇ ਗੇਅਰ ਨਹੀਂ ਲੱਗ ਰਹੇ, ਨਹੀਂ ਨਿਕਲ ਰਹੇ, ਇਹਦਾ ਮਸਲਾ ਇਹੀ ਹੁੰਦਾ, ਗੇਅਰ ਸ਼ਾਫਟ ਦਾ ਸਪਰਿੰਗ ਟੁੱਟ ਗਿਆ। ਚੱਲੇ ਆਇਲ ਵਾਲਾ ਬੋਲਟ ਕਰਾਂਗੇ ਟਾਈਟ 17 ਨੰਬਰ ਦੀ ਚਾਬੀ ਨਾਲ। ਸਲੈਂਸਰ ਦਾ ਚਿਮਟੇ ਵਾਲਾ ਨਟ ਕਰਾਂਗੇ ਟਾਈਟ 14 ਨੰਬਰ ਦੀ। ਐਲ ਪਾਣੇ ਜਾਂ ਚਾਬੀ ਨੇ। ਇਹ ਪਾਵਾਂਗੇ ਇੰਜਨ ਆਇਲ ਤੁਹਾਡੇ ਸਾਹਮਣੇ ਪਿਆ ਗਿਆ। ਗੇਜ ਕਰਾਂਗੇ ਟਾਈਟ। ਗੇਜ ਹੋ ਗਈ ਟਾਈਟ ਇਹਦੀ। ਇਹ ਗੱਡੀ ਕਿਤੇ ਸਟਾਰਟ ਤੇ ਗੇਅਰ ਲੱਗਣੇ ਸ਼ੁਰੂ ਹੋ ਗਿਆ ਤੁਹਾਡੇ ਸਾਹਮਣੇ। ਸਬਸਕ੍ਰਾਈਬ ਕਰਨਾ ਨਾ ਭੁੱਲੀਏ ਦੋਸਤੋ।